Hello students, today let's look up a summary of chapter The Last Leaf by O. Henry from book Moments, class 9th English. According to writer, it is autumn, the wind is blowing hard and it is raining heavily. All the leaves on an ivy creeper have fallen except one. Why does not the last leaf fall? Let's discuss in a video through the summary of chapter. ਰਾਈਟਰ ਦੇ ਅਕੋਰਡਿੰਗਲੀ ਪਤਝੜ ਦਾ ਮੌਸਮ ਹੈ ਔਰ ਹਵਾ ਬਹੁਤ ਹੀ ਤੇਜ਼ ਚੱਲਦੀ ਪਈ ਆ, ਨਾਲ ਨਾਲ ਬਾਰਿਸ਼ ਵੀ ਹੋ ਰਹੀ ਹੈ ਔਰ ਬਾਹਰ ਇੱਕ ਅੰਗੂਰਾਂ ਵਾਂਗ ਲੰਬੀ ਜਿਹੀ ਵੇਲ ਜਿਹੜੀ ਉਹ ਲੱਗੀ ਹੋਈ ਆ, ਜਿਹਦੇ ਉੱਪਰ ਇੰਨੀ ਤੇਜ਼ ਬਾਰਿਸ਼ ਔਰ ਹਵਾ ਦੇ ਕਾਰਨ ਸਾਰੇ ਪੱਤੇ ਜਿਹੜੇ ਆ 1 ਬਾਈ 1 ਡਿੱਗ ਰਹੇ ਆ। ਬਟ ਇੱਕ ਪੱਤਾ ਜਿਹੜਾ ਵਾ, ਇੱਕ ਲੀਫ ਜਿਹੜਾ ਵਾ ਉਹ ਨਹੀਂ ਡਿੱਗਿਆ। ਕਿਉਂ ਨਹੀਂ ਡਿੱਗਿਆ, ਉਹਦਾ ਕਾਰਨ ਜਿਹੜਾ ਵਾ ਇਸ ਚੈਪਟਰ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ। Sue and Johnsy, two young artists, shared a small flat. ਇਸ ਵਿੱਚ ਸ਼ੂ ਔਰ ਜੌਨਸੀ ਨਾਂ ਦੀਆਂ ਦੋ ਯੰਗ ਆਰਟਿਸਟ ਗਰਲਸ ਨੇ ਜੋ ਕਿ ਕੀ ਕਰਦੀਆਂ ਵਾ, ਆਪਣਾ ਫਲੈਟ ਜਿਹੜਾ ਉਹ ਸ਼ੇਅਰ ਕਰਦੀਆਂ ਹਨ ਔਰ ਉਹ ਇੱਕ ਪੁਰਾਣੀ ਜਿਹੀ ਬਿਲਡਿੰਗ ਦੇ ਵਿੱਚ 3rd ਫਲੈਟ ਦੇ ਉੱਪਰ ਰਹਿੰਦੀਆਂ ਹਨ। ਸਡਨਲੀ ਜੌਨਸੀ ਜਿਹੜੀ ਆ ਉਹਨੂੰ ਕਾਫੀ ਜ਼ਿਆਦਾ ਬੁਖਾਰ ਹੋ ਜਾਂਦਾ ਵਾ। ਨਵੰਬਰ ਦਾ ਮੰਥ ਚੱਲਦਾ ਪਿਆ ਵਾ, ਕਾਫੀ ਤੇਜ਼ ਬੁਖਾਰ ਹੋਣ ਕਾਰਨ ਉਹਨੂੰ ਨਿਮੋਨੀਆ ਹੋ ਜਾਂਦਾ ਔਰ ਨਿਮੋਨੀਆ ਦੇ ਕਾਰਨ ਉਹ ਆਪਣੇ ਬੈੱਡ ਤੋਂ ਬਿਲਕੁਲ ਵੀ ਹਿੱਲ ਨਹੀਂ ਪਾਉਂਦੀ। ਸਿਰਫ ਉਹ ਦੇਖੀ ਜਾ ਰਹੀ ਆ ਵਿੰਡੋ 'ਤੇ ਬਾਹਰ ਵਾਲੀ ਸਾਈਡ 'ਤੇ ਔਰ ਉਹਦੀ ਜਿਹੜੀ ਫਰੈਂਡ ਹੈ ਸੂ, ਜੌਨਸੀ ਦੀ ਜਿਹੜੀ ਫਰੈਂਡ ਹੈ ਸੂ, ਉਹ ਬਹੁਤ ਜ਼ਿਆਦਾ ਵਰੀਡ ਵਾ ਕਿਉਂਕਿ ਉਹਦੀ ਹਾਲਤ ਵਿੱਚ ਬਿਲਕੁਲ ਵੀ ਚੇਂਜਸ ਨਹੀਂ ਸੀ ਆ ਰਹੇ। ਕੰਟੀਨਿਊਸਲੀ ਉਹ ਬੈੱਡ ਦੇ ਉੱਪਰ ਪਈ ਹੋਈ ਸੀ ਔਰ ਇਸ ਦਾ ਕਰਕੇ ਉਹਦੀ ਜਿਹੜੀ ਕੰਡੀਸ਼ਨ ਸੀ ਬਿਲਕੁਲ ਵੀ ਚੇਂਜ ਨਹੀਂ ਸੀ ਹੋ ਰਹੀ। ਡਾਕਟਰ ਕੀ ਦੱਸਦਾ ਵਾ ਕਿ ਜੇਕਰ ਇਹਦੀ ਕੰਡੀਸ਼ਨ ਵਿੱਚ ਚੇਂਜਸ ਚਾਹੀਦੇ ਆ ਅਤੇ ਇਹਨੂੰ ਆਪਣਾ ਜਿਹੜਾ ਮਾਈਂਡ ਆ ਉਹ ਡਾਈਵਰਟ ਕਰਨਾ ਪਏਗਾ। ਇਹਨੂੰ ਕਿਸੇ ਚੀਜ਼ ਦੀ ਟੈਨਸ਼ਨ ਆ, ਕਿਸੇ ਚੀਜ਼ ਨੂੰ ਇਹ ਬਾਰ-ਬਾਰ ਸੋਚਦੀ ਪਈ ਆ, ਜੇਕਰ ਉਸ ਤੋਂ ਇਹਦਾ ਮਾਈਂਡ ਡਾਈਵਰਟ ਹੋਏਗਾ ਤਾਂ ਫਿਰ ਹੀ ਇਹ ਠੀਕ ਹੋ ਸਕੇਗੀ। ਹੁਣ ਜਿਹੜੀ ਸੂ ਆ ਉਹ ਕੀ ਕਰਦੀ ਆ, ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ, ਪੇਂਟਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਜੋ ਜਿਹੜਾ ਜੌਨਸੀ ਦਾ ਧਿਆਨ ਉਹਦੇ ਵੱਲ ਹੋ ਜਾਵੇ ਔਰ ਜੋ ਚੀਜ਼ ਉਹ ਸੋਚਦੀ ਪਈ ਆ ਉਹ ਤੋਂ ਥੋੜ੍ਹਾ ਚੇਂਜ ਹੋ ਜਾਵੇ। ਸੂ ਆਪਣਾ ਬੈਸਟ ਦਿੰਦੀ ਆ, ਉਹਦਾ ਮਾਈਂਡ ਡਾਈਵਰਟ ਕਰਨ ਦੀ ਹਰ ਇੱਕ ਕੋਸ਼ਿਸ਼ ਕਰਦੀ ਆ। ਉਹ ਇੱਧਰ ਉੱਧਰ ਦੀ ਗੱਲਬਾਤ ਕਰਦੀ ਆ, ਫੈਸ਼ਨ ਦੀ ਗੱਲ ਕਰਦੀ ਆ, ਪੇਂਟਿੰਗ ਦੀ ਗੱਲ ਕਰਦੀ ਆ ਔਰ ਕਹਿੰਦੀ ਪਈ ਆ ਕਿ ਮੈਂ ਇੱਕ ਫਾਰਮਰ ਦੀ ਜਿਹੜੀ ਪੇਂਟਿੰਗ ਉਹ ਡਰਾ ਕਰ ਰਹੀ ਹਾਂ, ਇੱਕ ਮਜ਼ਦੂਰ ਦੀ ਡਰਾ ਕਰ ਰਹੀ ਹਾਂ ਤਾਂ ਜੋ ਉਹਦੇ ਨਾਲ ਸਾਨੂੰ ਕੁਝ ਪੈਸੇ ਮਿਲ ਸਕਣ। ਹੁਣ ਉਹ ਜੌਨਸੀ ਨੂੰ ਬਾਰ-ਬਾਰ ਸਮਝਾਉਂਦੀ ਹੈ ਕਿ ਤੂੰ ਇੱਧਰ ਧਿਆਨ ਦੇ, ਇੱਧਰ ਮੇਰੇ ਵੱਲ ਦੇਖ, ਬਟ ਜਿਹੜੀ ਜੌਨਸੀ ਆ ਕੰਟੀਨਿਊਸਲੀ ਇੱਕ ਹੀ ਚੀਜ਼ ਦੇ ਉੱਪਰ ਆਪਣਾ ਫੋਕਸ ਬਣਾ ਕੇ ਲੇਟੀ ਹੋਈ ਹੈ। ਉਹਨੂੰ ਉਹਦੀ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੰਦੀ ਹੈ। ਸਡਨਲੀ ਜਿਹੜੀ ਜੂ ਆ ਉਹ ਕੀ ਕਰਦੀ ਆ, ਉਹ ਦੇਖਦੀ ਆ ਕਿ ਜੌਨਸੀ ਜਿਹੜੀ ਆ ਆਪਣੇ ਮੂੰਹ ਦੇ ਵਿੱਚ ਕੁਝ ਬੋਲ ਰਹੀ ਸੀ। ਕੀ ਬੋਲ ਰਹੀ ਸੀ, ਉਹ ਕਾਊਂਟਿੰਗ ਕਰਦੀ ਪਈ ਸੀ ਔਰ ਵਿੰਡੋ ਦੇ ਬਾਹਰ ਦੇਖ ਰਹੀ ਸੀ। ਕਾਊਂਟਿੰਗ ਉਹ ਕਿਵੇਂ ਕਰਦੀ ਪਈ ਸੀ, ਪਹਿਲਾਂ ਉਹ ਕਹਿੰਦੀ ਆ 12, ਫਿਰ ਆ ਜਾਂਦੀ ਆ 11 'ਤੇ, ਫਿਰ 10, ਫਿਰ 9, 8, 7, ਇਵੇਂ ਉਲਟੀ ਗਿਣਤੀ ਕਰਦੀ ਪਈ ਸੀ ਵਿੰਡੋ ਦੇ ਵੱਲ ਦੇਖਦੀ ਹੋਈ। ਹੁਣ ਸੂ ਜਿਹੜੀ ਆ ਉਹਦੇ ਵੱਲ ਗੌਰ ਕਰਦੀ ਔਰ ਕੀ ਦੇਖਦੀ ਆ ਕਿ ਜਿਹੜੀ ਜੌਨਸੀ ਆ ਉਹ ਬਾਹਰ ਇੱਕ ਵੇਲ ਬਣੀ ਹੋਈ ਸੀ ਜਿਹਦੇ ਉੱਪਰ ਪੱਤੇ ਸੀ ਜਿਨ੍ਹਾਂ ਨੂੰ ਉਹ ਕਾਊਂਟ ਕਰਦੀ ਪਈ ਸੀ। ਹੁਣ ਉਹ ਪੁੱਛਦੀ ਆ ਸੂ ਉਹਨੂੰ, ਜੌਨਸੀ ਨੂੰ, ਕਿ ਤੂੰ ਇਹ ਲੀਵਸ ਨੂੰ ਕਿਉਂ ਕਾਊਂਟ ਕਰਦੀ ਪਈ ਆ। ਸੂ ਜਿਹੜੀ ਆ ਇਹ ਗੱਲ ਉਹਨੂੰ ਬਾਰ-ਬਾਰ ਪੁੱਛਦੀ ਆ ਅਤੇ ਫਿਰ ਜੌਨਸੀ ਜਿਹੜੀ ਉਹ ਉਹਨੂੰ ਆਨਸਰ ਦਿੰਦੀ ਆ ਕਿ 3 ਦਿਨ ਪਹਿਲਾਂ ਇਸ ਵੇਲ ਦੇ ਉੱਪਰ 100 ਪੱਤੇ ਸੀਗੇ, 100 ਲੀਵ ਸੀਗੇ। ਹੁਣ ਜਿਸ ਦਿਨ ਤੋਂ ਹਵਾ ਚੱਲ ਰਹੀ ਆ 3 ਦਿਨ ਹੋ ਗਏ ਆ, ਇਹਦੇ ਉੱਪਰ ਕੁਛ ਕੁ ਲੀਵਸ ਜਿਹੜੇ ਆ ਰਹਿ ਗਏ ਆ। ਹੁਣ ਉਹਨੇ ਕਾਊਂਟਿੰਗ ਕੀਤੀ ਸੀ, ਕਿੰਨੇ ਲੀਵ ਰਹਿ ਚੁੱਕੇ ਸੀ, 7 ਕਹਿੰਦੇ ਹੀ ਇੱਕ ਲੀਵ ਹੋਰ ਡਿੱਗ ਪੈਂਦਾ ਵਾ ਔਰ ਕਾਊਂਟਿੰਗ ਕਿੱਥੇ ਚਲੇ ਜਾਂਦੀ ਆ 6 'ਤੇ। ਹੁਣ 6 ਲੀਵ ਜਿਹੜੇ ਉਹ ਰਹਿ ਜਾਂਦੀ ਆ। ਸੂ ਪੁੱਛਦੀ ਹੈ ਕਿ ਤੂੰ ਕਾਊਂਟਿੰਗ ਕਿਉਂ ਕਰਦੀ ਪਈ ਆ, ਉਹ ਵੀ ਓਪੋਜ਼ਿਟ ਸਾਈਡ ਨੂੰ ਉਲਟੀ ਗਿਣਤੀ ਕਿਉਂ ਕਰਦੀ ਪਈ ਆ। ਅਤੇ ਜੌਨਸੀ ਕਹਿੰਦੀ ਆ ਜਿਵੇਂ ਇਹ ਪੱਤੇ ਡਿੱਗਦੇ ਪਏ ਆ, ਜਿਸ ਦਿਨ ਇਹ ਲਾਸਟ ਲੀਫ ਡਿੱਗ ਗਿਆ ਉਸ ਦਿਨ ਮੈਂ ਵੀ ਮਰ ਜਾਣਾ, ਉਸ ਦਿਨ ਮੇਰੀ ਵੀ ਮੌਤ ਹੋ ਜਾਣੀ ਆ। ਹੁਣ ਜਿਹੜੀ ਸੂ ਆ ਉਹਨੂੰ ਬੜਾ ਸਮਝਾਉਂਦੀ ਹੈ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈ, ਤੇਰਾ ਵਹਿਮ ਆ, ਤੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਤੂੰ ਗਲਤ ਸੋਚਦੀ ਪਈ ਆ। ਉਹਨੂੰ ਬੜਾ ਸਮਝਾਉਂਦੀ ਹੈ, ਉਹਦੇ ਲਈ ਖਾਣ ਪੀਣ ਲਈ ਸਮਾਨ ਲੈ ਕੇ ਆਉਂਦੀ ਆ, ਪੇਂਟਿੰਗ ਵੱਲ ਉਹਦਾ ਧਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਟ ਜਿਹੜੀ ਜੌਨਸੀ ਆ ਉਹ ਇੱਕ ਹੀ ਚੀਜ਼ 'ਤੇ ਅਟਕੀ ਹੋਈ ਸੀ, ਕਾਊਂਟਿੰਗ ਦੇ ਉੱਪਰ। ਉਹਦੇ ਮਨ 'ਚ ਇਹ ਗੱਲ ਬੈਠ ਗਈ ਸੀ ਕਿ ਜਿਸ ਦਿਨ ਲਾਸਟ ਲੀਫ ਡਿੱਗ ਗਿਆ ਉਹਨੇ ਵੀ ਕੀ ਹੋ ਜਾਣਾ ਵਾ, ਮਰ ਜਾਣਾ ਵਾ ਔਰ ਇਹ ਗੱਲ ਜਿਹੜੀ ਆ ਉਹ ਕੰਟੀਨਿਊਸਲੀ ਕਰੀ ਜਾਂਦੀ ਆ। ਹੁਣ ਸੂ ਜਿਹੜੀ ਸੀ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਔਰ ਉਹ ਸੋਚਦੀ ਪਈ ਹੈ ਕਿ ਇਹਦਾ ਮੈਂ ਜਿਹੜਾ ਮਾਈਂਡ ਆ ਉਹ ਕਿਵੇਂ ਡਾਈਵਰਟ ਕਰਾਂ। ਹੁਣ ਉਹ ਜਾਂਦੀ ਆ ਆਪਣੇ ਉਹਦੇ ਗੁਆਂਢੀ ਦੇ ਕੋਲ, ਗੁਆਂਢੀ ਜੋ ਕਿ ਸਭ ਤੋਂ ਨੀਚੇ ਗਰਾਊਂਡ ਫਲੋਰ ਦੇ ਵਿੱਚ
ਰਹਿੰਦਾ ਸੀ। ਹੁਣ ਜੌਨਸੀ ਜਿਹੜੀ ਆ ਉਹਨੇ ਇੱਕ ਪਿਕਚਰ ਡਰਾ ਕਰਨੀ ਸੀ ਮਜ਼ਦੂਰ ਦੀ, ਓਲਡ ਮੈਨ ਦੀ। ਇਸ ਕਰਕੇ ਉਹ ਬੈਰਮਨ ਦੇ ਕੋਲ ਜਾਂਦੀ ਆ ਔਰ ਬੈਰਮਨ ਦੇ ਕੋਲ ਜਾ ਕੇ ਉਹਨੂੰ ਸਾਰਾ ਕੁਛ ਦੱਸਦੀ ਆ ਕਿ ਜਿਹੜੀ ਜੌਨਸੀ ਆ ਉਹ ਇੱਕ ਹੀ ਗੱਲ ਜਿਹੜੀ ਆ ਕਾਊਂਟ ਕਰਦੀ ਜਾ ਰਹੀ ਆ, ਇੱਕੋ ਗੱਲ ਨੂੰ ਬਾਰ-ਬਾਰ ਕਰੀ ਜਾ ਰਹੀ ਆ। ਔਰ ਇਹ ਸਾਰੀ ਗੱਲ ਸੁਣ ਕੇ ਜਿਹੜਾ ਬੈਰਮਨ ਸੀਗਾ ਉਹ 60 ਸਾਲ ਦਾ ਆਦਮੀ ਸੀ ਔਰ ਉਹ ਵੀ ਇੱਕ ਪੇਂਟਰ ਸੀ। ਇਹ ਗੱਲ ਸੁਣ ਕੇ ਉਹ ਬਹੁਤ ਹੀ ਜ਼ਿਆਦਾ ਸ਼ੌਕਡ ਹੋ ਜਾਂਦਾ ਵਾ, ਕਹਿੰਦਾ ਵਾ ਕਿ ਇਹੋ ਜਿਹੀ ਕੀ ਨੌਨਸੈਂਸ ਵਾ, ਇਹ ਕੋਈ ਗੱਲ ਨਹੀਂ ਹੋਈ ਕਿ ਉਲਟੀ ਗਿਣਤੀ ਕਾਊਂਟ ਕਰਨੀ ਔਰ ਕਹਿਣਾ ਕਿ ਜੇ ਲਾਸਟ ਲੀਫ ਡਿੱਗ ਗਿਆ ਤਾਂ ਮੈਂ ਵੀ ਮਰ ਜੂੰਗੀ। ਇਹ ਇੱਕ ਜਸਟ ਨੌਨਸੈਂਸ ਵਾ, ਉਹਨੂੰ ਐਵੇਂ ਨਹੀਂ ਕਰਨਾ ਚਾਹੀਦਾ। ਹੁਣ ਜਿਹੜਾ ਬੇਅਰਮੈਨ ਆ ਉਹ ਕਹਿੰਦਾ ਕਿ ਕਿੰਨੀ ਜ਼ਿਆਦਾ ਸਟੂਪਿਡ ਆ ਜੌਨਸੀ ਜੋ ਇਸ ਤਰ੍ਹਾਂ ਦੀ ਥਿੰਕਿੰਗ ਰੱਖਦੀ ਹੈ। ਔਰ ਇੰਨੀ ਗੱਲ ਕਰਦਿਆਂ ਬੇਅਰਮੈਨ ਜਿਹੜਾ ਉਹ ਆਪਣੇ ਵਾਪਸ ਰੂਮ ਦੇ ਵਿੱਚ ਆ ਜਾਂਦਾ ਹੈ। ਔਰ ਜਿਹੜਾ ਬੇਅਰਮੈਨ ਸੀਗਾ ਉਹ ਇੱਕ ਬੁੱਢਾ ਆਦਮੀ ਸੀ ਜਿਹਨੇ ਬਹੁਤ ਸਾਰੀ ਪੇਂਟਿੰਗ ਕੀਤੀ ਸੀ, ਬਟ ਉਹ ਵੇਟ ਕਰਦਾ ਪਿਆ ਸੀ ਕਿ ਇਸ ਚੀਜ਼ ਦੀ ਕਿ ਇੱਕ ਦਿਨ ਉਹਦੇ ਕੋਲੋਂ ਇੱਕ ਮਾਸਟਰਪੀਸ ਬਣ ਜੇ ਔਰ ਜਿਸ ਦਿਨ ਉਹਦੇ ਕੋਲੋਂ ਮਾਸਟਰਪੀਸ ਬਣ ਗਿਆ ਉਹਦੀ ਪੇਂਟਿੰਗ ਕੀ ਹੋ ਜਾਏਗੀ, ਸਫਲ ਹੋ ਜਾਏਗੀ। ਬੇਅਰਮੈਨ ਜੌਨਸੀ ਨੂੰ ਦੇਖਣ ਆਉਂਦਾ ਔਰ ਦੇਖ ਕੇ ਜਦੋਂ ਵਾਪਸ ਜਾਂਦਾ ਵਾ ਸੂ ਨੂੰ ਉਹ ਕੀ ਕਹਿੰਦਾ ਹੈ ਕਿ ਤੂੰ ਕੀ ਕਰ, ਕਰਟਨਸ ਜਿਹੜੇ ਆ ਅੱਗੇ ਕਰ ਦੇ। ਹੁਣ ਇਸ ਟਾਈਮ 'ਤੇ ਜੌਨਸੀ ਜਿਹੜੀ ਉਹ ਸੌਂ ਚੁੱਕੀ ਹੈ। ਹੁਣ ਜਿਹੜੀ ਸੂ ਆ ਉਹ ਕਰਟਨਸ ਨੂੰ ਅੱਗੇ ਕਰ ਦਿੰਦੀ ਹੈ। ਅਗਲੇ ਦਿਨ ਸਵੇਰ ਹੋ ਜਾਂਦੀ ਹੈ। ਅਗਲੀ ਮਾਰਨਿੰਗ ਜਦੋਂ ਜੌਨਸੀ ਉੱਠਦੀ ਹੈ ਨੀਂਦ ਦੇ ਵਿੱਚੋਂ, ਉਹ ਸੂ ਨੂੰ ਕਹਿੰਦੀ ਹੈ ਕਿ ਕਰਟਨਸ ਨੂੰ ਪਿੱਛੇ ਕਰ ਦੇ ਤਾਂ ਜੋ ਮੈਂ ਉਹ ਲਾਸਟ ਲੀਫ ਨੂੰ ਦੇਖ ਸਕਾਂ। ਹੁਣ ਜਿਹੜੀ ਸੂ ਆ ਬਹੁਤ ਹੀ ਜ਼ਿਆਦਾ ਡਰਦੀ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਇੰਨੀ ਤੇਜ਼ ਹਨੇਰੀ ਆ ਰਹੀ ਹੈ, ਇੰਨੀ ਤੇਜ਼ ਬਾਰਿਸ਼ ਹੋ ਰਹੀ ਹੈ ਅਤੇ ਡੈਫੀਨੇਟਲੀ ਉਹਦਾ ਲਾਸਟ ਲੀਫ ਉਹ ਜ਼ਰੂਰ ਡਿੱਗ ਗਿਆ ਹੋਏਗਾ। ਹੁਣ ਉਹ ਡਰਦੀ ਹੈ ਕਿ ਕਿਤੇ ਜੌਨਸੀ ਜਿਹੜੀ ਆ ਉਸ ਪੱਤੇ ਨੂੰ ਡਿੱਗੇ ਹੋਏ ਨੂੰ ਵੇਖ ਕੇ ਸੱਚੀ ਨਾ ਮਰ ਜਾਵੇ, ਇਸ ਲਈ ਉਹ ਬਹੁਤ ਜ਼ਿਆਦਾ ਡਰਦੀ ਹੈ। ਤੁਹਾਨੂੰ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੀ ਆ। ਬਟ ਜਿਹੜੀ ਜੌਨਸੀ ਸੀ ਉਹ ਬਾਰ-ਬਾਰ ਇੱਕ ਹੀ ਗੱਲ ਕਹਿੰਦੀ ਪਈ ਸੀ ਕਿ ਕਰਟਨਸ ਨੂੰ ਪਰੇ ਕਰ, ਔਰ ਇੰਨੀ ਵਾਰ ਕਹਿਣ 'ਤੇ ਜਿਹੜੀ ਸੂ ਆ ਉਹ ਕਰਟਨਸ ਨੂੰ ਪਰੇ ਕਰ ਦਿੰਦੀ ਆ ਔਰ ਉਹ ਲਾਸਟ ਲੀਫ ਜਿਹੜਾ ਸੀ ਉੱਥੇ ਹੀ ਸੀ। ਹੁਣ ਜਿਹੜੀ ਜੌਨਸੀ ਉਹ ਕੀ ਸੋਚਦੀ ਆ, ਉਹ ਸੋਚਦੀ ਆ ਕਿ ਮੈਂ ਕਿੰਨੀ ਸਟੂਪਿਡ ਗਰਲ ਆ, ਮੈਂ ਤੰਗ ਕਰਦੀ ਪਈ ਸੀ ਸੂ ਨੂੰ, ਆਪਣੀ ਬੈਸਟ ਫਰੈਂਡ ਨੂੰ ਇੰਨਾ ਜ਼ਿਆਦਾ ਤੰਗ ਕਰਦੀ ਪਈ ਸੀ, ਜੋ ਮੈਨੂੰ ਸਮਝਾ ਰਹੀ ਸੀ, ਜੋ ਮੈਨੂੰ ਇੰਨੀ ਮੱਤਾਂ ਦੇ ਰਹੀ ਸੀ, ਮੈਂ ਉਹਨੂੰ ਇੰਨਾ ਤੰਗ ਕਰਦੀ ਪਈ ਸੀ ਔਰ ਨੌਨਸੈਂਸ ਸੋਚਦੀ ਪਈ ਸੀ ਕਿ ਜੇਕਰ ਲਾਸਟ ਲੀਫ ਡਿੱਗ ਜੂਗਾ ਤਾਂ ਮੈਂ ਮਰ ਜੂੰਗੀ। ਔਰ ਉਹ ਕੀ ਕਰਦੀ ਆ, ਆਪਣੇ ਆਪ ਨੂੰ ਬੈਟਰ ਫੀਲ ਕਰਦੀ ਔਰ ਕਹਿੰਦੀ ਹੈ ਕਿ ਜੇਕਰ ਲਾਸਟ ਲੀਫ ਜਿਹੜਾ ਵਾ, ਇੱਕ ਪੱਤਾ ਜਿਹੜਾ ਵਾ ਇੰਨੀ ਜ਼ਿਆਦਾ ਬਾਰਿਸ਼ ਦੇ ਵਿੱਚ ਰਹਿ ਸਕਦਾ ਵਾ, ਇੰਨੀ ਜ਼ਿਆਦਾ ਤੇਜ਼ ਹਨੇਰੀ 'ਚ ਰਹਿ ਸਕਦਾ ਵਾ, ਅਤੇ ਫਿਰ ਮੈਂ ਕਿਉਂ ਨਹੀਂ ਜ਼ਿੰਦਾ ਰਹਿ ਸਕਦੀ। ਔਰ ਇਹ ਗੱਲ ਸੋਚ ਕੇ ਉਹ ਕੀ ਕਰਦੀ ਆ, ਆਪਣੇ ਮਨ ਦੇ ਵਿੱਚ ਜੀਣ ਦੀ ਇੱਛਾ ਜਿਹੜੀ ਆ, ਵਿਸ਼ ਜਿਹੜੀ ਉਹ ਜ਼ਾਹਿਰ ਕਰਦੀ ਆ। ਔਰ ਇੰਨੀ ਦੇਰ ਦੇ ਵਿੱਚ ਸੂ ਜਿਹੜੀ ਆ ਉਹ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਦੀ ਹੈ ਕਿਉਂਕਿ ਜੌਨਸੀ ਜਿਹੜੀ ਸੀ ਹੁਣ ਜੀਉਣਾ ਚਾਹੁੰਦੀ ਸੀ। ਉਸ ਦਿਨ ਜਿਹੜੇ ਡਾਕਟਰ ਸੀਗੇ ਉਹ ਜੌਨਸੀ ਨੂੰ ਚੈੱਕ ਕਰਨ ਵਾਸਤੇ ਆਏ ਸੀ ਔਰ ਉਹ ਕੀ ਦੱਸਦੇ ਆ ਕਿ ਹੁਣ ਇਹਦੀ ਕੰਡੀਸ਼ਨ ਪਹਿਲਾਂ ਨਾਲੋਂ ਬੈਟਰ ਹੈ। ਔਰ ਇੰਨੀ ਗੱਲ ਦੱਸਦੇ ਉਹ ਕੀ ਦੱਸਦੇ ਆ ਸੂ ਨੂੰ ਕਿ ਜਿਹੜੇ ਨੀਚੇ ਉਹਨਾਂ ਦੇ ਫਲੋਰ 'ਤੇ ਰਹਿੰਦੇ ਆ, ਗਰਾਊਂਡ ਫਲੋਰ 'ਤੇ ਬੈਰਮੈਨ, ਉਹਨਾਂ ਦੀ ਹਾਲਤ ਜਿਹੜੀ ਆ ਬਹੁਤ ਹੀ ਜ਼ਿਆਦਾ ਖ਼ਰਾਬ ਆ ਕਿਉਂਕਿ ਉਹਨਾਂ ਨੂੰ ਵੀ ਕੀ ਹੋ ਗਿਆ ਵਾ, ਨਿਮੋਨੀਆ ਹੋ ਗਿਆ ਵਾ। ਬਟ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸੀਰੀਅਸ ਵਾ, ਹੋ ਸਕਦਾ ਕਿ ਉਹ ਜ਼ਿੰਦਾ ਨਾ ਰਹਿਣ। ਇੰਨੀ ਦੇਰ ਦੇ ਵਿੱਚ ਰਾਤ ਹੋ ਜਾਂਦੀ ਹੈ ਔਰ ਨੈਕਸਟ ਮਾਰਨਿੰਗ ਜਦੋਂ ਜੌਨਸੀ ਠੀਕ ਹੋ ਜਾਂਦੀ ਹੈ ਔਰ ਉੱਠਦੀ ਆ ਅਤੇ ਸੂ ਉਹਨੂੰ ਦੱਸਦੀ ਆ, ਉਹਦੇ ਹੱਥ ਵਿੱਚ ਹੱਥ ਰੱਖ ਕੇ ਉਹਨੂੰ ਸਮਝਾਉਂਦੀ ਆ ਔਰ ਦੱਸਦੀ ਆ ਕਿ ਜਿਹੜਾ ਉਹਨਾਂ ਦਾ ਨੇਬਰ ਸੀਗਾ ਬੈਰਮੈਨ, ਉਹਦੀ ਮੌਤ ਹੋ ਚੁੱਕੀ ਆ। ਹੁਣ ਉਹ ਦੱਸਦੀ ਕਿ ਜਿਹੜੇ ਬਾਕੀ ਦੇ ਨੇਬਰ ਸੀਗੇ ਉਹਨਾਂ ਨੇ ਕੀ ਦੇਖਿਆ ਸੀ ਕਿ ਜਿਹੜੇ ਬੇਅਰਮੈਨ ਸੀ ਉਹਨਾਂ ਦੇ ਜਿਹੜੇ ਸ਼ੂਜ਼ ਸੀ ਔਰ ਜੋ ਉਹਨਾਂ ਦੀ ਡਰੈਸ ਸੀ ਉਹ ਪੂਰੀ ਤਰ੍ਹਾਂ ਗਿੱਲੀ ਸੀ ਔਰ ਉਹਨਾਂ ਦੇ ਕੋਲ ਇੱਕ ਪੌੜੀ ਸੀ ਔਰ ਇੱਕ ਟਾਰਚ ਸੀ ਔਰ ਲੈਡਰ ਦੇ ਕੋਲ, ਪੌੜੀ ਦੇ ਕੋਲ ਉਹਨਾਂ ਦੇ ਬਰੱਸ਼ ਜਿਹੜੇ ਸੀ ਉਹ ਡਿੱਗੇ ਹੋਏ ਸੀ। ਬਰੱਸ਼ਿਸ ਦੇ ਉੱਪਰ ਗਰੀਨ ਔਰ ਯੈਲੋ ਕਲਰ ਦਾ ਪੇਂਟ ਲੱਗਿਆ ਹੋਇਆ ਸੀ। ਮੀਨਸ ਕਿ ਉਹ ਸਾਰੀ ਰਾਤ ਬਾਹਰ ਰਹੇ ਸੀ ਜਿਸ ਕਾਰਨ ਉਹਨਾਂ ਨੂੰ ਨਿਮੋਨੀਆ ਹੋ ਗਿਆ ਔਰ ਬਾਰਿਸ਼ ਦੇ ਕਾਰਨ ਉਹਨਾਂ ਦਾ ਸਰੀਰ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਵੀਕ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਅੱਜ 2 ਦਿਨ ਤੋਂ ਬਾਅਦ ਕੀ ਹੋ ਚੁੱਕੀ ਆ, ਮੌਤ ਹੋ ਚੁੱਕੀ ਆ। ਹੁਣ ਉਹ ਸਾਰੀ ਗੱਲ ਜਿਹੜੀ ਆ ਸੂ ਦੱਸਦੀ ਆ ਜੌਨਸੀ ਨੂੰ, ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਵਾ ਔਰ ਉਹ ਕੀ ਕਹਿੰਦੀ ਆ ਜੌਨਸੀ ਕਿ ਬਾਹਰ ਵੱਲ ਨੂੰ ਦੇਖ, ਵਿੰਡੋ ਦੇ ਬਾਹਰ ਦੇਖ। ਜੌਨਸੀ ਕਹਿੰਦੀ ਆ ਕਿ ਤੈਨੂੰ ਇਹ ਜਿਹੜਾ ਸਾਹਮਣੇ ਲੀਵ ਦਿਖਾਈ ਦੇ ਰਿਹਾ ਵਾ, ਇਹ ਹਿਲਦਾ ਕਿਉਂ ਨਹੀਂ ਪਿਆ, ਇਹ ਕਿਉਂ ਨਹੀਂ ਫੜਫੜਾਉਂਦਾ ਪਿਆ ਇੰਨੀ ਤੇਜ਼ ਹਵਾ ਦੇ ਵਿੱਚ, ਕਿਉਂਕਿ ਇਹਨੂੰ ਕਿਸੇ ਨੇ ਕੀ ਕਰ ਦਿੱਤਾ ਵਾ, ਵਾਲ ਦੇ ਉੱਪਰ ਪੇਂਟ ਕਰ ਦਿੱਤਾ ਹੈ। ਔਰ ਉਹ ਦੱਸਦੀ ਆ ਕਿ ਜਿਹੜਾ ਬੈਰਮਨ ਸੀ ਉਹਦੇ ਮਨ ਦੇ ਵਿੱਚ ਇੱਛਾ ਸੀ ਕਿ ਉਹ ਇੱਕ ਮਾਸਟਰਪੀਸ ਡਰਾ ਕਰਨਾ ਚਾਹੁੰਦਾ ਵਾ, ਉਹਦਾ ਇਹੀ ਮਾਸਟਰਪੀਸ ਵਾ ਜੋ ਉਹਨੇ ਸਾਰੀ ਰਾਤ ਜਾ ਕੇ ਡਰਾ ਕੀਤਾ ਵਾ ਔਰ ਜਾਨ ਬਚਾਈ ਹੈ ਕਿਹਦੀ, ਜੌਨਸੀ ਦੀ ਜਾਨ ਬਚਾਉਣ ਵਾਸਤੇ ਉਹਨੇ ਸਾਰੀ ਰਾਤ ਜਾਗ ਕੇ ਇਹ ਜਿਹੜੀ ਲਾਸਟ ਲੀਫ ਆ, ਲਾਸਟ ਜਿਹੜਾ ਪੱਤਾ ਸੀਗਾ ਉਹਨੂੰ ਡਰਾ ਕੀਤਾ ਸੀ ਜੋ ਕਿ ਉਹਨਾਂ ਦੀ ਮਾਸਟਰਪੀਸ ਹੋਈ ਆ। ਔਰ ਇਸ ਤੋਂ ਇਲਾਵਾ ਕੀ ਹੋਈ ਆ,
ਜੌਨਸੀ ਦੀ ਜਾਨ ਬਚ ਗਈ ਆ। ਹੁਣ ਰਾਈਟਰ ਜਿਹੜਾ ਵਾ ਇਸ ਸਟੋਰੀ ਦੇ ਥਰੂ ਦੱਸਣਾ ਕੀ ਚਾਹੁੰਦਾ ਹੈ ਕਿ ਇਨਸਾਨ ਨੂੰ ਕਦੇ ਵੀ ਹੋਪ ਨਹੀਂ ਛੱਡਣੀ ਚਾਹੀਦੀ, ਭਾਵੇਂ ਉਹ ਜ਼ਿੰਦਗੀ ਦੇ ਲਾਸਟ ਕੰਡੀਸ਼ਨ 'ਤੇ ਵੀ ਹੋਵੇ। ਜੇਕਰ ਉਹ ਆਪਣੀ ਹੋਪ ਨਹੀਂ ਛੱਡੇਗਾ ਤਾਂ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਉਹ ਵਧੀਆ ਤਰੀਕੇ ਨਾਲ ਸਪੈਂਡ ਕਰ ਪਾਏਗਾ।